ਹੈਲੋ ਫਰੈਂਡਸ, ਵੈਲਕਮ ਟੂ ਮੈਗਨੀਫੀਸੈਂਟ ਲਰਨਿੰਗ। ਤੁਸੀਂ ਮੇਰੇ ਨਾਲ ਸਾਇੰਸ ਦੀ ਤਿਆਰੀ ਦੇ ਵਿੱਚ ਜੁੜੇ ਹੋਏ ਹੋ। ਅੱਜ ਆਪਾਂ ਫੋਰਸ ਐਂਡ ਲਾਜ਼ ਆਫ ਮੋਸ਼ਨ ਵਾਲਾ ਚੈਪਟਰ ਹੈ, ਬਹੁਤ ਹੀ ਇੰਪੋਰਟੈਂਟ ਚੈਪਟਰ ਹੈ ਤੇ ਬਹੁਤ ਹੀ ਪ੍ਰੈਕਟੀਕਲ ਚੈਪਟਰ ਹੈ ਨਾ ਜੀ। ਥਿਓਰੈਟੀਕਲ ਪਾਰਟ ਘੱਟ ਹੈ ਤੇ ਪ੍ਰੈਕਟੀਕਲ ਪਾਰਟ ਇਸ ਦੇ ਵਿੱਚ ਜ਼ਿਆਦਾ ਹੈ। ਲਾਜ਼ ਆਫ ਮੋਸ਼ਨ ਦੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਆਪਾਂ ਇੰਪੋਰਟੈਂਟ ਐਮਸੀਕਿਊਜ਼ ਨੂੰ ਡਿਸਕਸ ਕਰਨ ਵਾਲੇ ਹਾਂ। ਇੰਗਲਿਸ਼ ਦੇ ਵਿੱਚ ਐਮਸੀਕਿਊਜ਼ ਲਿਖੇ ਹੋਏ ਨੇ, ਬਟ ਪੰਜਾਬੀ ਮੀਡੀਅਮ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਇਟਸ ਮਾਈ ਪ੍ਰੋਮਿਸ, ਤੁਸੀਂ ਕੰਪਲੀਟ ਵੀਡੀਓ ਜ਼ਰੂਰ ਦੇਖਿਓ, ਤੁਹਾਨੂੰ ਜ਼ਰੂਰ ਹੈਲਪ ਹੋਏਗੀ। ਸੋ ਆਪਣਾ ਫਸਟ ਕੁਐਸਚਨ ਹੈ, ਅ ਪੈਸੇਂਜਰ ਇਨ ਅ ਮੂਵਿੰਗ ਬੱਸ, ਯਾਨੀ ਕਿ ਇੱਕ ਯਾਤਰੀ ਇੱਕ ਬੱਸ ਦੇ ਵਿੱਚ ਬੈਠਾ ਹੁੰਦਾ। ਸੋ ਜਦੋਂ ਬੱਸ ਰੁਕਦੀ ਹੈ, ਯਾਨੀ ਕਿ ਬੱਸ ਜੋ ਡਰਾਈਵਰ ਹੈ ਉਹ ਬੱਸ ਨੂੰ ਬ੍ਰੇਕ ਲਗਾਉਂਦਾ ਹੈ, ਤਾਂ ਜਿਹੜੇ ਯਾਤਰੀ ਨੇ ਉਹ ਅੱਗੇ ਵੱਲ ਨੂੰ ਧੱਕੇ ਜਾਂਦੇ ਨੇ। ਉਹ ਕਿਉਂ ਧੱਕੇ ਜਾਂਦੇ ਨੇ? ਕਿਉਂਕਿ ਨਿਊਟਨ ਦੇ ਫਸਟ ਲਾਅ ਦੇ ਅਕੋਰਡਿੰਗ, ਨਿਊਟਨ ਦਾ ਫਸਟ ਲਾਅ ਆਪਾਂ ਨੂੰ ਦੱਸਦਾ ਹੈ, ਠੀਕ ਹੈ ਜੀ। ਨਿਊਟਨ ਦੇ ਫਸਟ ਲਾਅ ਨੂੰ ਜੜਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਜੜਤਾ ਦਾ ਨਿਯਮ ਕੀ ਹੁੰਦਾ? ਫਸਟ ਲਾਅ ਆਫ ਮੋਸ਼ਨ ਕੀ ਹੈ? ਕੋਈ ਵੀ ਜਿਹੜੀ ਵਸਤੂ ਹੈਗੀ ਹੈ ਉਹ ਆਪਣੀ ਸਟੇਟ ਦੇ ਵਿੱਚ ਜਾਂ ਸਟੇਟ ਆਫ ਰੈਸਟ ਜਾਂ ਫਿਰ ਸਟੇਟ ਆਫ ਮੋਸ਼ਨ, ਜਿਸ ਵੀ ਅਵਸਥਾ ਦੇ ਵਿੱਚ ਹੈਗੀ ਉਸੇ ਅਵਸਥਾ ਦੇ ਵਿੱਚ ਰਹਿਣ ਦਾ ਯਤਨ ਕਰਦੀ ਹੈ, ਇਸ ਨੂੰ ਆਪਾਂ ਕਹਿੰਦੇ ਨੇ ਨਿਊਟਨ ਦਾ ਫਸਟ ਲਾਅ। ਹੁਣ ਤੁਸੀਂ ਇੱਕ ਚੇਅਰ ਦੀ ਗੱਲ ਲੈ ਲਓ। ਇੱਕ ਚੇਅਰ ਹੈ, ਉਹ ਇੱਕ ਜਗ੍ਹਾ 'ਤੇ ਪਈ ਹੀ ਰਹੇਗੀ ਜਦੋਂ ਤੱਕ ਆਪਾਂ ਐਕਸਟਰਨਲ ਫੋਰਸ, ਯਾਨੀ ਕਿ ਕੋਈ ਬਾਹਰੀ ਵਿਅਕਤੀ ਉਸ 'ਤੇ ਫੋਰਸ ਲਗਾ ਕੇ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਨਹੀਂ ਕਰ ਦਿੰਦਾ, ਉਦੋਂ ਤੱਕ ਉਹ ਜਿਹੜੀ ਚੇਅਰ ਹੈਗੀ ਹੈ ਇੱਕ ਜਗ੍ਹਾ 'ਤੇ ਆਪਣੀ ਅਵਸਥਾ ਦੇ ਵਿੱਚ ਰਹੇਗੀ। ਇਸੇ ਤਰੀਕੇ ਨਾਲ ਇੱਕ ਹੋਰ ਐਗਜ਼ਾਮਪਲ ਬਾਲ ਦੀ ਲੈ ਲੈਂਦੇ ਹਾਂ। ਇੱਕ ਬੋਲ ਹੈ, ਉਹ ਰਿੜ ਰਹੀ ਹੈ, ਠੀਕ ਹੈ ਜੀ। ਰਿੜਦੀ ਜਾ ਰਹੀ ਹੈ, ਰਿੜਦੀ ਜਾ ਰਹੀ ਹੈ। ਉਹ ਉਦੋਂ ਤੱਕ ਰਿੜਦੀ ਜਾਊਗੀ ਜਦੋਂ ਤੱਕ ਉਹਦੇ ਰਸਤੇ ਦੇ ਵਿੱਚ ਕੋਈ ਓਬਸਟੈਕਲ ਨਹੀਂ ਆ ਜਾਂਦਾ, ਠੀਕ ਹੈ ਜੀ। ਜਦੋਂ ਤੱਕ ਕੋਈ ਓਬਸਟੈਕਲ ਨਹੀਂ ਆ ਜਾਂਦਾ, ਜਦੋਂ ਤੱਕ ਕੋਈ ਬਾਹਰੀ ਫੋਰਸ ਉਸ ਨੂੰ ਨਹੀਂ ਰੋਕਦੀ, ਉਹ ਬੋਲ ਜਿਹੜੀ ਹੈਗੀ ਹੈ ਰਿੜਦੀ ਰਹੇਗੀ, ਯਾਨੀ ਕਿ ਉਹ ਆਪਣੀ ਅਵਸਥਾ ਦੇ ਉੱਤੇ ਕਾਇਮ ਰਹੇਗੀ। ਇਹ ਹੈਗਾ ਆਪਣਾ ਨਿਊਟਨ ਦਾ ਫਸਟ ਲਾਅ, ਠੀਕ ਹੈ ਜੀ। ਸੋ ਜਦੋਂ ਵੀ ਬੱਸ ਕੰਡਕਟਰ ਜਿਹੜਾ ਹੈਗਾ ਹੈ ਉਹ ਬ੍ਰੇਕ ਲਗਾਉਂਦਾ ਤੇ ਯਾਤਰੀ ਅੱਗੇ ਨੂੰ ਹੋ ਜਾਂਦੇ ਨੇ, ਅੱਗੇ ਨੂੰ ਧੱਕੇ ਜਾਂਦੇ ਨੇ, ਉਹ ਹੁੰਦਾ ਨਿਊਟਨ ਦੇ ਫਸਟ ਲਾਅ ਦੇ ਅਕੋਰਡਿੰਗ। ਨਿਊਟਨ ਦੇ ਫਸਟ ਲਾਅ ਨੂੰ ਜੜਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਸੈਕੰਡ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਹੈਜ਼ ਮੈਕਸਿਮਮ ਇਨਰਸ਼ੀਆ, ਯਾਨੀ ਕਿ ਇਨਰਸ਼ੀਆ ਮਤਲਬ ਜੜਤਾ, ਠੀਕ ਹੈ ਜੀ। ਇਹਨਾਂ ਦੇ ਵਿੱਚ ਆਪਾਂ ਨੇ ਦੱਸਣਾ ਹੈ ਸਭ ਤੋਂ ਜ਼ਿਆਦਾ ਜੜਤਾ ਕਿਸ ਦੀ ਹੈ? ਇੱਕ ਐਟਮ ਦੀ, ਇੱਕ ਅਣੂ ਦੀ, ਪਰਮਾਣੂ ਦੀ, ਅਣੂ ਦੀ, ਇੱਕ ਕੋਇਨ ਦੀ, ਸਿੱਕੇ ਦੀ, ਜਾਂ ਫਿਰ ਇੱਕ ਕ੍ਰਿਕਟ ਬਾਲ ਦੀ। ਸੋ ਸਿੰਪਲ ਜਿਹਾ ਫੰਡਾ ਹੈ, ज़्यादा इनर्शिया उस वस्तु का होएगा जिस वस्तु का मास ज़्यादा है। ज़्यादा मास ज़्यादा इनर्शिया। हुण ये क्यों होंदा है? कोई भी वस्तु है अगर ज़्यादा उसका मास है, ज़्यादा भारी है, तो ओबवियस जी गल है उसनूं उस ते ज़्यादा आपां नूं फोर्स लगानी पवेगी। इस करके उसका जिहड़ा इनर्शिया हुंदा है, जड़ता हुंदा उस वस्तु का ज़्यादा हुंदा है। सो इन्हां चारां ऑप्शनां दे विच सब तो ज़्यादा मास एक क्रिकेट बॉल का होएगा। इस करके क्रिकेट बॉल ते नूं अवस्था उसकी बदलने के लिए सानूं ज़्यादा फोर्स अप्लाई करनी पएगी बाकियां दे कंपैरेटिवली। इस करके क्रिकेट बॉल का इनर्शिया ज़्यादा है। सो अपनी राइट ऑप्शन है ऑप्शन नंबर 4। थर्ड क्वेश्चन है, न्यूटन्स फर्स्ट लॉ इज़ ऑल्सो नोन एज, न्यूटन के पहले नियम नूं होर की कहा जाता है? लॉ ऑफ रोटेशन, लॉ ऑफ डिसप्लेसमेंट, या फिर लॉ ऑफ मोमेंटम। नन ऑफ द ऑप्शन इज़ करैक्ट। सो मैं तुहानूं दस चुकी हाँ इनर्शिया के न्यूटन के फर्स्ट लॉ लॉ ऑफ इनर्शिया यानी कि जड़ता का नियम भी कहा जाता है। सो इन्होंने सारिया ऑप्शनों के कोई भी ऑप्शन ठीक नहीं है। इतने अपने को आंसर आना सी लॉ ऑफ इनर्शिया, ठीक है जी। फोर्थ क्वेश्चन है, द रेट ऑफ चेंज ऑफ मोमेंटम इज़ इक्वल टू, मोमेंटम की होंगे संवेग, संवेग का चेंज होना किस दे बराबर है? द रेट ऑफ चेंज ऑफ मोमेंटम इज़ इक्वल टू फोर्स, ठीक है जी। बल के अकॉर्डिंग ही मोमेंटम का जो संवेग है वो डिफरेंट होएगा। फोर्थ क्वेश्चन है, अकॉर्डिंग टू थर्ड लॉ ऑफ मोशन एक्शन एंड रिएक्शन। थोड़ा जा मैं न्यूटन के तीजे नाम लॉ बारे दस देनी हाँ। न्यूटन का जो तीजा नियम है उसके अकॉर्डिंग एक्शन तो रिएक्शन होंदा है। मैं तुहानूं एक एग्जाम्पल दे देनी हाँ। असी धरती नूं अपने पैरों के नाल पिछे वाल धक्कदे हाँ, बट जो धरती की होंदी है आपां नूं रिएक्शन दे के अगे नूं धक्कदी है, ठीक है जी। यानी कि थर्ड लॉ ऑफ मोशन के अकॉर्डिंग एक्शन तो रिएक्शन डिफरेंट डायरैक्शन के विच हुंदा है। आपां धरती नूं पिछे वाल धक्कदे हाँ ते धरती आपां नूं अगे वाल धक्कदी है। उस तरीके दे नाल एक्शन तो रिएक्शन दो अलग अलग बॉडीज़ के विच हुंदा है ना जी। धरती दे विच हो गया तो अपने विच हो गया। सो यही की हैगी है एक्शन तो रिएक्शन वाला थर्ड लॉ ऑफ मोशन। हुण आपां ऑप्शनस नूं रीड करते हैं। ऑलवेज एक्ट ऑन सेम बॉडी दे रिएक्शन होंदा है जी? बिल्कुल नहीं, मैं हुणे तुहानूं दस के हटी डिफरेंट बॉडीज़ के होंदे हैं। ऑलवेज एक्ट ऑन डिफरेंट बॉडीज़ और ऑपोजिट डायरैक्शनस। ये अपने ऑप्शनस बिल्कुल राइट है, क्योंकि एक्शन तो रिएक्शन दो अलग अलग बॉडीज़ के विचकार होएगा तो डिफरेंट डायरैक्शनस के विच होएगा। थर्ड लॉ ऑफ मोशन की मैं एक होर एग्जाम्पल तुहानूं देनी हाँ। एक व्यक्ति है, ठीक है जी, ये बोट जी हैगी पानी के है तो व्यक्ति बोट के खड़ा हुआ है। तो जो व्यक्ति अपना एक पैर चुक के मलाह वाल करेगा तो बोट की होएगी पिछे मूव करेगी तो जो व्यक्ति है वो अगे धक्या जाएगा, ठीक है जी। सो ये अपना है थर्ड लॉ ऑफ मोशन की एग्जाम्पल। फिफ्थ क्वेश्चन है, एंड गोल कीपर इन अ गेम ऑफ फुटबॉल पुल्स हिज हैंड्स बैकवर्ड, ठीक है जी। तुसीं आम देखा होना है जो खिडारी है फुटबॉल या फिर बॉल में पकड़न के लिए अपनी हैंड्स में थोड़ा पिछे वाल कर लेंदा है। क्यों कर लेंदा है?
ਤਾਂ ਕਿ ਮੋਮੈਂਟਮ ਯਾਨੀ ਕਿ ਜਿਹੜਾ ਸੰਵੇਗ ਹੈ ਉਸ ਨੂੰ ਘੱਟ ਕੀਤਾ ਜਾਵੇ। ਅਗਰ ਸੰਵੇਗ ਘੱਟ ਹੋ ਜਾਏਗਾ ਤਾਂ ਵਿਅਕਤੀ ਦੇ ਹੱਥਾਂ 'ਤੇ ਬਲ ਘੱਟ ਲੱਗੇਗਾ। ਠੀਕ ਹੈ ਜੀ, ਬੋਲ ਜਿਹੜੀ ਹੈਗੀ ਵਿਅਕਤੀ ਦੇ ਹੱਥ 'ਤੇ ਘੱਟ ਬਲ ਲਗਾਏਗੀ ਅਤੇ ਉਸਦੀ ਸਪੀਡ ਵੀ ਥੋੜ੍ਹੀ ਘੱਟ ਜਾਏਗੀ। ਸੋ ਆਪਣੀ ਰਾਈਟ ਆਪਸ਼ਨ ਹੈ ਡਿਕਰੀਜ਼ ਦਾ ਰੇਟ ਆਫ ਚੇਂਜ ਆਫ ਮੋਮੈਂਟਮ, ਤਾਂ ਕਿ ਸੰਵੇਗ ਦੀ ਜਿਹੜੀ ਦਰ ਹੈਗੀ ਉਸ ਨੂੰ ਘਟਾਇਆ ਜਾ ਸਕੇ। ਇਸ ਕਰਕੇ ਜਿਹੜਾ ਗੋਲਕੀਪਰ ਹੈ ਉਹ ਆਪਣੇ ਹੈਂਡਸ ਪਿਛਾਂਹ ਨੂੰ ਕਰ ਲੈਂਦਾ ਹੈ। 6th ਕੁਐਸਚਨ ਹੈ ਰॉकेट्स ਵਰਕ ਔਨ ਦੀ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ। ਰॉकेट ਵਾਲੀ ਜਿਹੜੀ ਐਗਜ਼ਾਮਪਲ ਹੈ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ ਇਸ ਬਾਰੇ। ਜਦੋਂ ਰॉकेट ਛੱਡਿਆ ਜਾਂਦਾ ਹਵਾ ਦੇ ਵਿੱਚ ਤਾਂ ਤੁਸੀਂ ਦੇਖਿਆ ਹੋਣਾ ਰॉकेट ਦੇ ਥੱਲੇ ਕਾਫੀ ਸਾਰੀਆਂ ਗੈਸਾਂ ਛੱਡੀਆਂ ਜਾਂਦੀਆਂ ਨੇ। ਗੈਸਾਂ ਤੇਜ਼ ਸਪੀਡ ਦੇ ਨਾਲ ਨੀਚੇ ਨੂੰ ਵੱਲ ਨੂੰ ਜਾਂਦੀਆਂ ਨੇ ਅਤੇ ਜਿਹੜਾ ਰॉकेट ਹੈਗਾ ਹੈ ਉਹ ਉੱਪਰ ਵੱਲ ਨੂੰ ਮੂਵ ਕਰਦਾ ਹੈ, ਰਾਈਟ। ਸੋ ਰॉकेट ਦੇ ਵਿੱਚ ਮੋਮੈਂਟਮ ਦੇ ਪ੍ਰਿੰਸੀਪਲ 'ਤੇ ਕੰਮ ਕੀਤਾ ਜਾਂਦਾ ਹੈ। ਰॉकेट ਦਾ ਜਿਹੜਾ ਸਿਧਾਂਤ ਹੈਗਾ ਹੈ ਉਹ ਹੈਗਾ ਮੋਮੈਂਟਮ ਦੇ ਬੇਸ ਕੰਜ਼ਰਵੇਸ਼ਨ ਆਫ ਮੋਮੈਂਟਮ, ਯਾਨੀ ਕਿ ਸੰਵੇਗ ਦਾ ਸੁਰੱਖਿਅਣ 'ਤੇ ਆਧਾਰਿਤ ਹੈ। ਸੰਵੇਗ ਦਾ ਸੁਰੱਖਿਅਣ ਕੀ ਹੈ ਇਸ ਦੇ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦੀ ਹਾਂ। ਸੰਵੇਗ ਦਾ ਸੁਰੱਖਿਅਣ ਦਾ ਨਿਯਮ ਕਹਿੰਦਾ ਹੈ ਕੋਈ ਵੀ ਦੋ ਵਸਤੂਆਂ ਜਦੋਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ ਤਾਂ ਉਹਨਾਂ ਦਾ ਸੰਵੇਗ ਨਾ ਹੀ ਘਟਦਾ ਹੈ ਨਾ ਹੀ ਵੱਧਦਾ ਹੈ, ਯਾਨੀ ਕਿ ਬਿਲਕੁਲ ਸੇਮ ਰਹਿੰਦਾ ਹੈ। 7th ਕੁਐਸਚਨ ਹੈ ਦ ਇਨਰਸ਼ੀਆ ਆਫ ਐਨ ਆਬਜੈਕਟ ਟੈਂਡਸ ਟੂ ਕਾਜ਼ ਦਾ ਆਬਜੈਕਟ, ਯਾਨੀ ਕਿ ਕਿਸੇ ਵੀ ਵਸਤੂ ਦਾ ਜੜਤਾ ਹੈਗੀ ਹੈ ਉਹ ਵਸਤੂ ਨੂੰ ਕੀ ਕਰਦਾ ਹੈ ਟੂ ਰੈਜ਼ਿਸਟ ਐਨੀ ਚੇਂਜ ਇਨ ਇਟਸ ਸਟੇਟ ਆਫ ਮੋਸ਼ਨ, ਯਾਨੀ ਕਿ ਜੋ ਕਿਸੇ ਵੀ ਵਸਤੂ ਦੀ ਅਵਸਥਾ ਨੂੰ ਚੇਂਜ ਨਾ ਹੋਵੇ, ਯਾਨੀ ਕਿ ਕੋਈ ਵੀ ਵਸਤੂ ਹੈਗੀ ਹੈ ਉਹ ਆਪਣੀ ਉਸੇ ਅਵਸਥਾ ਦੇ ਵਿੱਚ ਹੀ ਰਹੇ ਜਦੋਂ ਤੱਕ ਕੋਈ ਬਾਹਰੀ ਫੋਰਸ ਉੱਤੇ ਅਪਲਾਈ ਨਾ ਹੋਵੇ। ਸੋ ਇਹ ਹੈਗਾ ਆਪਣਾ ਇਨਰਸ਼ੀਆ ਆਫ ਐਨ ਆਬਜੈਕਟ। 8th ਕੁਐਸਚਨ ਹੈ ਇੱਕ ਪੈਸੰਜਰ ਚਲਦੀ ਟ੍ਰੇਨ ਦੇ ਵਿੱਚ ਕੋਇਨ ਨੂੰ ਟੋਸ ਕਰਦਾ ਹੈ ਤਾਂ ਠੀਕ ਹੈ ਜਿਹੜਾ ਕੋਇਨ ਹੈ ਉਹ ਉਹਦੇ ਪਿੱਛੇ ਡਿੱਗ ਜਾਂਦਾ ਹੈ। ਠੀਕ ਹੈ ਜੀ, ਟੋਸ ਕਰਨ ਵਾਲੇ ਦੇ ਪਿੱਛੇ ਡਿੱਗ ਜਾਂਦਾ ਹੈ। ਇਟ ਮੀਨਸ ਦੈਟ ਦਾ ਮੋਸ਼ਨ ਆਫ ਟ੍ਰੇਨ, ਯਾਨੀ ਕਿ ਟ੍ਰੇਨ ਦਾ ਜੋ ਮੋਸ਼ਨ ਹੈ ਕਿਸ ਤਰੀਕੇ ਦਾ ਹੈ। ਟ੍ਰੇਨ ਦਾ ਮੋਸ਼ਨ ਕੀ ਹੈ ਐਕਸਲਰੇਟਡ ਹੈ। ਠੀਕ ਹੈ ਜੀ, ਟ੍ਰੇਨ ਦਾ ਮੋਸ਼ਨ ਯਾਨੀ ਕਿ ਟ੍ਰੇਨ ਜਿਹੜੀ ਹੈ ਅੱਗੇ ਵੱਲ ਨੂੰ ਵੱਧਦੀ ਜਾ ਰਹੀ ਹੈ, ਪਰ ਜਿਹੜਾ ਸਿੱਕਾ ਹੈਗਾ ਉਹ ਪਿੱਛੇ ਨੂੰ ਡਿੱਗ ਜਾਂਦਾ ਹੈ। 9th ਕੁਐਸਚਨ ਆ ਮੈਨ ਇਜ਼ ਸਟੈਂਡਿੰਗ ਔਨ ਅ ਬੋਟ ਇਨ ਵਾਟਰ। ਇਹ ਵਾਲੀ ਐਗਜ਼ਾਮਪਲ ਮੈਂ ਤੁਹਾਨੂੰ ਸਮਝਾ ਚੁੱਕੀ ਹਾਂ। ਠੀਕ ਹੈ ਜੀ, ਇੱਕ ਆਦਮੀ ਹੈ ਪਾਣੀ ਦੇ ਵਿੱਚ ਬੋਟ ਹੈ, ਬੋਟ ਦੇ ਉੱਪਰ ਖੜਾ ਹੋਇਆ ਹੈ। ਸੋ ਜਦੋਂ ਵਿਅਕਤੀ ਜਿਹੜਾ ਸ਼ੋਰ ਦੇ ਵੱਲ ਨੂੰ ਵਧਣਾ ਸ਼ੁਰੂ ਹੋਏਗਾ, ਸ਼ੋਰ ਦੇ ਵੱਲ ਵਧੇਗਾ ਤਾਂ ਜਿਹੜੀ ਬੋਟ ਹੈ ਉਹ ਕਿਸ ਤਰ੍ਹਾਂ ਰਿਐਕਟ ਕਰੇਗੀ। ਬੋਟ ਜਿਹੜੀ ਹੈਗੀ ਹੈ ਸ਼ੋਰ ਤੋਂ ਅਵੇ ਹੋ ਜਾਏਗੀ। ਠੀਕ ਹੈ ਜੀ, ਸੋ ਆਪਣੇ ਰਾਈਟ ਆਪਸ਼ਨ ਹੈ ਮੂਵ ਅਵੇ ਫਰੋਮ ਦਾ ਸ਼ੋਰ। ਬੋਟ ਜਿਹੜੀ ਹੈ ਪਿੱਛੇ ਨੂੰ ਜਾਏਗੀ ਅਤੇ ਵਿਅਕਤੀ ਅੱਗੇ ਨੂੰ ਚਲਾ ਜਾਏਗਾ। ਠੀਕ ਹੈ ਜੀ, ਥਰਡ ਲਾਅ ਆਫ ਮੋਸ਼ਨ ਦੇ ਅਕੋਰਡਿੰਗ। 10th ਕੁਐਸਚਨ ਹੈ ਅ ਬੋਲ ਇਜ਼ ਥਰੋਨ ਵਰਟੀਕਲੀ ਅਪਵਰਡ। ਬੋਲ ਉੱਪਰ ਨੂੰ ਸੁੱਟੀ ਜਾਂਦੀ ਹੈ ਅਤੇ ਇਨ ਅ ਟ੍ਰੇਨ ਮੂਵਿੰਗ ਵਿਦ ਵੈਲੋਸਿਟੀ, ਅਤੇ ਟ੍ਰੇਨ ਮੂਵ ਕਰ ਰਹੀ ਉਸ ਦੇ ਵਿੱਚ ਬੋਲ ਉੱਪਰ ਨੂੰ ਸੁੱਟੀ ਜਾਂਦੀ ਹੈ ਤਾਂ ਬੋਲ ਕੀ ਰਿਐਕਟ ਕਰੇਗੀ। ਬੋਲ ਥਰੋਅਰ ਦੇ ਪਿੱਛੇ ਗਿਰ ਜਾਏਗੀ ਜਾਂ ਫਿਰ ਥਰੋਅਰ ਦੇ ਅੱਗੇ ਗਿਰ ਜਾਏਗੀ ਜਾਂ ਫਿਰ ਰਿਟਰਨ ਬੈਕ ਟੂ ਦੀ ਥਰੋਅਰ। ਸੋ ਇੱਕ ਕੌਨਸਟੈਂਟ ਸਪੀਡ ਦੇ ਨਾਲ ਜਿਹੜੀ ਹੈਗੀ ਟ੍ਰੇਨ ਚੱਲ ਰਹੀ ਹੈ ਤਾਂ ਉਹ ਜਿਹੜੀ ਬੋਲ ਹੈਗੀ ਹੈ ਰਿਟਰਨ ਬੈਕ ਟੂ ਦੀ ਥਰੋਅਰ ਦੇ ਕੋਲ ਆ ਜਾਏਗੀ ਬੋਲ। ਠੀਕ ਹੈ ਜੀ, ਪਿੱਛੇ ਤਾਂ ਜਾਂਦੀ ਅਗਰ ਜਿਹੜੀ ਐਕਸਲਰੇਟਡ ਸਪੀਡ ਯਾਨੀ ਕਿ ਅਗਰ ਟ੍ਰੇਨ ਦੀ ਸਪੀਡ ਵੱਧਦੀ ਜਾ ਰਹੀ ਹੈ। ਸੋ ਤਾਂ ਕਰਕੇ ਜਿਹੜਾ ਕੋਇਨ ਹੈ ਉਹ ਪਿੱਛੇ ਗਿਰ ਗਿਆ ਸੀ, ਬਟ ਇਸ ਦੇ ਵਿੱਚ ਇਹਨਾਂ ਨੇ ਕਿਹਾ ਇੱਕ ਕੌਨਸਟੈਂਟ ਵੈਲੋਸਿਟੀ ਦੇ ਨਾਲ ਟ੍ਰੇਨ ਚੱਲ ਰਹੀ ਹੈ ਤਾਂ ਓਬਵੀਅਸਲੀ ਗੱਲ ਹੈ ਬੋਲ ਜਿਹੜੀ ਹੈਗੀ ਉਹਦੇ ਕੋਲ ਥਰੋਅਰ ਦੇ ਵਾਪਸ ਆ ਜਾਏਗੀ। 11th ਕੁਐਸਚਨ ਹੈ ਇਨਰਸ਼ੀਆ ਇਜ਼ ਦ ਪ੍ਰੋਪਰਟੀ ਆਫ ਅ ਬੋਡੀ ਵਿਲ ਵਰਚੂ ਆਫ ਇਟ ਕੈਨ ਨਾਟ ਚੇਂਜ ਬਾਈ ਇਟਸ ਸੈਲਫ, ਯਾਨੀ ਕਿ ਜਿਹੜੀ ਇੱਕ ਬੋਡੀ ਹੈ ਉਸਦੀ ਜਿਹੜੀ ਜੜਤਾ ਹੁੰਦੀ ਹੈ, ਕਿਸੇ ਵੀ ਬੋਡੀ ਦੀ ਜਿਹੜੀ ਜੜਤਾ ਹੁੰਦੀ ਹੈ ਨਾ ਜੀ, ਉਹ ਬੋਡੀ ਆਪਣੇ ਆਪ ਆਪਣੀ ਸਟੇਟ ਨੂੰ ਚੇਂਜ ਨਹੀਂ ਕਰ ਸਕਦੀ। ਕਿਸ ਨੂੰ, ਰੈਸਟ ਨੂੰ, ਯੂਨੀਫਾਰਮ ਮੋਸ਼ਨ ਨੂੰ ਨਹੀਂ ਚੇਂਜ ਕਰ ਸਕਦੀ, ਡਾਇਰੈਕਸ਼ਨ ਨੂੰ ਚੇਂਜ ਨਹੀਂ ਕਰਦੀ, ਜਾਂ ਫਿਰ ਆਲ ਆਫ ਦੀਜ਼, ਯਾਨੀ ਕਿ ਵਸਤੂ ਦੀ ਜੜਤਾ ਉਸ ਨੂੰ ਉਹ ਹੁੰਦੀ ਹੈ ਜਿਸ ਦੇ ਵਿੱਚ ਜਿਹੜੀ ਵਸਤੂ ਆਪਣੇ ਆਪ ਆਪਣੀ ਰੈਸਟ ਨਹੀਂ ਚੇਂਜ ਕਰ ਸਕਦੀ, ਆਪਣਾ ਮੋਸ਼ਨ ਨਹੀਂ ਚੇਂਜ ਕਰ ਸਕਦੀ ਔਰ ਆਪਣੀ ਡਾਇਰੈਕਸ਼ਨ ਵੀ ਚੇਂਜ ਖੁਦ ਨਹੀਂ ਕਰ ਸਕਦੀ। ਚੇਂਜ ਤਾਂ ਹੀ ਹੋਏਗਾ ਜਦੋਂ ਕੋਈ ਬਾਹਰੀ ਫੋਰਸ ਉਸ 'ਤੇ ਲੱਗੇਗੀ। 12th ਕੁਐਸਚਨ ਹੈ ਦ ਮੋਮੈਂਟਮ ਆਫ ਐਨ ਆਬਜੈਕਟ ਇਜ਼ ਦ ਪ੍ਰੋਡਕਟ ਆਫ ਇਟਸ ਮਾਸ ਐਂਡ ਡੈਸ਼, ਯਾਨੀ ਕਿ ਮੋਮੈਂਟਮ ਦਾ ਫਾਰਮੂਲਾ ਕੀ ਹੁੰਦਾ ਹੈ ਮਾਸ into velocity. So right option is first velocity. ठीक है, ये फॉर्मूला है याद कर लेना। According to law of conservation of momentum, the total momentum of an isolated system is always dash. मैं ਤੁਹਾਨੂੰ ਦੱਸਿਆ ਹੈ ਸੰਵੇਗ ਦੀ ਸੁਰੱਖਿਆ ਦੇ ਨਿਯਮ ਦੇ ਅਨੁਸਾਰ ਮੋਮੈਂਟਮ ਜਿਹੜਾ ਹੈਗਾ ਹੈ ਉਹ ਬਦਲਿਆ ਨਹੀਂ ਜਾਂਦਾ। ਸੋ ਆਪਣੇ ਕੋਲ ਰਾਈਟ ਆਪਸ਼ਨ ਹੋ ਜਾਏਗੀ ਕੰਜ਼ਰਵ, ਯਾਨੀ ਕਿ ਸੁਰੱਖਿਆ ਰਹੇਗਾ। 14th ਕੁਐਸਚਨ ਹੈ ਰੀਕੋਇਲਿੰਗ ਆਫ ਅ ਗਨ ਇਜ਼ ਐਨ ਐਗਜ਼ਾਮਪਲ ਆਫ ਡੈਸ਼ ਲੋ। ਗਨ ਦੀ ਐਗਜ਼ਾਮਪਲ ਲੈ ਲਓ। ਗਨ ਜਦੋਂ ਚਲਾਈ ਜਾਂਦੀ ਹੈ ਤਾਂ ਗੋਲੀ ਅੱਗੇ ਨੂੰ ਮੂਵ ਕਰਦੀ ਹੈ ਅਤੇ ਗਨ ਜਿਹੜੀ ਹੈਗੀ ਉਹ ਪਿੱਛੇ ਨੂੰ ਮੂਵ ਕਰਦੀ ਹੈ। ਸੋ ਇਹ ਹੈਗੀ ਹੈ ਨਿਊਟਨ ਦੇ ਥਰਡ ਲਾਅ ਦੇ ਅਕੋਰਡਿੰਗ। ਠੀਕ ਹੈ ਜੀ। 15th ਕੁਐਸਚਨ ਹੈਗਾ ਅਮੰਗ ਦ ਇਕੁਅਲ ਸਾਈਜ਼ ਸਟੋਨ ਐਂਡ ਅ ਫੁੱਟਬਾਲ ਦ ਇਨਰਸ਼ੀਆ ਵਿਲ ਬੀ ਹਾਇਰ ਆਫ, ਯਾਨੀ ਕਿ ਬੋਲ ਅਤੇ ਸਟੋਨ, ਫੁੱਟਬਾਲ ਅਤੇ ਸਟੋਨ ਸੇਮ ਸਾਈਜ਼ ਹੈ ਦੋਨਾਂ ਦਾ। ਸੋ ਆਪਾਂ ਨੇ ਦੱਸਣਾ ਸਭ ਤੋਂ ਜ਼ਿਆਦਾ ਜੜਤਾ ਕਿਸ ਦੀ ਹੋਏਗੀ। ਮੈਂ ਤੁਹਾਨੂੰ ਦੱਸਿਆ ਸੀ ਜ਼ਿਆਦਾ ਜੜਤਾ ਉਸ ਦੀ ਹੋਏਗੀ ਜਿਸ ਦੀ ਜ਼ਿਆਦਾ
ਮਾਸ ਹੋਏਗਾ। ਸੋ ਫੁੱਟਬਾਲ ਵੀ ਇੰਨੇ ਸਾਈਜ਼ ਦੀ ਹੈ, ਠੀਕ ਹੈ ਜੀ, ਤੇ ਸਟੋਨ ਵੀ ਇੰਨੇ ਸਾਈਜ਼ ਹੈ। ਸਭ ਤੋਂ ਜ਼ਿਆਦਾ ਹੈਵੀਅਰ ਕੌਣ ਹੋਏਗਾ? ਸਟੋਨ ਹੋਏਗਾ, ਇਸ ਕਰਕੇ ਸਟੋਨ ਦੀ ਜੜਤਾ ਵੀ ਜ਼ਿਆਦਾ ਹੋਏਗੀ। ਨੈਕਸਟ ਕੁਐਸਚਨ ਹੈ ਐਸਆਈ ਯੂਨਿਟ ਆਫ ਫੋਰਸ। ਫੋਰਸ ਦੀ ਯੂਨਿਟ ਕੀ ਹੁੰਦੀ ਹੈ? ਨਿਊਟਨ। ਵੈਰੀ ਈਜ਼ੀ। ਪ੍ਰੈਸ਼ਰ ਦੀ ਯੂਨਿਟ ਹੁੰਦੀ ਹੈ ਪਾਸਕਲ, ਠੀਕ ਹੈ ਜੀ। 17th ਕੁਐਸਚਨ ਹੈ ਵੈਨ ਅ ਫੋਰਸ ਇਜ਼ ਐਗਜ਼ਰਟਡ ਔਨ ਐਨ ਆਬਜੈਕਟ ਇਟ ਕੈਨ ਚੇਂਜ ਇਟਸ। ਜਦੋਂ ਕਿਸੇ ਵੀ ਵਸਤੂ 'ਤੇ ਆਪਾਂ ਫੋਰਸ ਲਗਾਉਂਦੇ ਹਾਂ ਤਾਂ ਉਹ ਆਪਣੀ ਸਟੇਟ ਚੇਂਜ ਕਰ ਲੈਂਦੀ ਹੈ, ਆਪਣੀ ਪੋਜੀਸ਼ਨ ਚੇਂਜ ਕਰ ਲੈਂਦੀ ਹੈ, ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦੀ ਹੈ, ਆਪਣੀ ਸ਼ੇਪ ਵੀ ਚੇਂਜ ਕਰ ਲੈਂਦੀ ਹੈ। ਸੋ ਰਾਈਟ ਆਪਸ਼ਨ ਇਜ਼ ਆਲ ਆਫ ਦਿਸ। 18th ਕੁਐਸਚਨ ਹੈ ਵਟ ਇਜ਼ ਦ ਮੋਮੈਂਟਮ ਆਫ ਐਨ ਆਬਜੈਕਟ ਆਫ ਮਾਸ ਵਿਦ ਅ ਵੈਲੋਸਿਟੀ। ਮੋਮੈਂਟਮ ਦਾ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਸੀ mv। ਸੋ ਰਾਈਟ ਆਪਸ਼ਨ ਆਪਣੀ ਹੋ ਜਾਏਗੀ 4th। 19th ਕੁਐਸਚਨ ਹੈ ਫੋਰਸ ਇਜ਼ ਡਿਫਾਈਨਡ ਐਜ਼। ਫੋਰਸ ਕੀ ਹੁੰਦੀ ਹੈ? ਫੋਰਸ ਹੁੰਦਾ ਪੁਸ਼ ਔਰ ਪੁੱਲ, ਠੀਕ ਹੈ ਜੀ। ਕਿਸੇ ਚੀਜ਼ ਨੂੰ ਪੁਸ਼ ਕਰਨਾ ਜਾਂ ਫਿਰ ਪੁੱਲ ਕਰਨਾ, ਉਹ ਕੀ ਹੋਗੀ? ਆਪਣੀ ਫੋਰਸ ਹੋਗੀ। 20th ਕੁਐਸਚਨ ਇੰਪੋਰਟੈਂਟ ਹੈ, ਇਸ ਦੇ ਵਿੱਚ ਦੇਖੋ ਜੀ ਮੈਚ ਕਰਨਾ ਹੈ। ਕੀ ਕਰਨਾ ਆਪਾਂ ਨੇ? ਮੈਚ ਕਰਨਾ ਹੈ। ਸਭ ਤੋਂ ਪਹਿਲੇ ਯੂਨਿਟ ਆਫ ਫੋਰਸ ਤੁਹਾਨੂੰ ਪਤਾ ਹੈ, ਫੋਰਸ ਦੀ ਯੂਨਿਟ ਹੈਗੀ ਹੈ ਨਿਊਟਨ, ਰਾਈਟ। ਉਸ ਤੋਂ ਬਾਅਦ ਯੂਨਿਟ ਆਫ ਪ੍ਰੈਸ਼ਰ, ਪ੍ਰੈਸ਼ਰ ਦੀ ਯੂਨਿਟ ਕੀ ਹੈ? ਪਾਸਕਲ। ਦੈਨ ਉਸ ਤੋਂ ਬਾਅਦ ਟੈਸਟ ਆਫ ਪਿਓਰਿਟੀ ਆਫ ਮਿਲਕ, ਮਿਲਕ ਦੀ ਪਿਓਰਿਟੀ ਨੂੰ ਟੈਸਟ ਕਿਸ ਨਾਲ ਕੀਤਾ ਜਾਂਦਾ ਹੈ? ਲੈਕਟੋਮੀਟਰ ਦੇ ਨਾਲ। ਉਸ ਤੋਂ ਬਾਅਦ ਫੋਰਸ ਦਾ ਫਾਰਮੂਲਾ ਆਪਣੇ ਕੋਲ ਹੈਗਾ ਐਸਾ ਯੂਨਿਟ ਆਫ ਮੋਮੈਂਟਮ ਦੀ ਐਸਾ ਯੂਨਿਟ ਕੀ ਹੈ? ਕਿਲੋਗ੍ਰਾਮ ਮੀਟਰ ਸੈਕਿੰਡ। ਐਂਡ ਦੈਨ ਉਸ ਤੋਂ ਬਾਅਦ ਫੋਰਸ ਦਾ ਫਾਰਮੂਲਾ ਹੈਗਾ ਮਾਸ ਇਨਟੂ ਐਕਸਲਰੇਸ਼ਨਸ। ਇਹ ਸੀਗੇ ਆਪਣੇ 20 ਮੋਸਟ ਇੰਪੋਰਟੈਂਟ ਕੁਐਸਚਨਸ। ਆਈ ਹੋਪ ਦਿਸ ਕੁਐਸਚਨਸ ਆਰ ਵੈਰੀ ਹੈਲਪਫੁਲ।